ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਕਾ ਮੰਦਰ ਸੋਹਣਾ ਕੀਆ ਕਰਮੈ ਹਾਰ। ਰਸ ਸਦੀਕ ਅਨੂਪ ਜੋਤ ਤ੍ਰੈ ਭਵਨ ਜੋਤ ਅਪਾਰ। ਹਾਟ ਪਟਨ ਗੜ ਕੋਠੜੀ ਸਤ ਸੌਦਾ ਵਾਪਾਰ। ਹਾਟ ਪਟਨ ਗੜ ਕੋਠੜੀ ਸਤ ਸੌਦਾ ਵਾਪਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਸ਼ਬਦ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸ੍ਰੀ ਰਾਗ ਵਿਖੇ ਅੰਗ 57 ਉੱਪਰ ਸੁਭਾਏਮਾਨ ਹੈ। ਇਸ ਦੇ ਪਹਿਲੇ ਪਦੇ ਦੀ ਵਿਚਾਰ ਆਪਾਂ ਪਿਛਲੇ ਦਿਨੇ ਸਰਵਣ ਕੀਤੀ ਸੀ। ਜੋ ਅੱਜ ਦਾ ਇਹ ਸ਼ਬਦ ਦਾ ਪਦਾ ਦੂਸਰਾ ਸਰਵਣ ਕੀਤਾ ਆਪ ਜੀ ਨੇ। ਇਸ ਸ਼ਬਦ ਰਾਹੀਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਬਖਸ਼ਿਸ਼ ਕਰਦੇ ਹਨ ਕਿ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੇ ਇਹ ਸੰਸਾਰ ਰੂਪੀ ਆਪਣਾ ਸੁੰਦਰ ਮੰਦਰ ਬਣਾਇਆ। ਹਰ ਮੰਦਰ ਹਰੀ ਦਾ ਘਰ ਕੁਦਰਤ ਕਰਕੇ ਵਸਿਆ ਸੋਏ। ਇਹ ਸ੍ਰਿਸ਼ਟੀ ਨੂੰ ਬਣਾ ਕੇ ਹਰੀ ਨੇ ਇਹਦੇ ਵਿੱਚ ਵਸਣਾ ਕੀਤਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੇ ਇਹ ਸੋਹਰਾ ਸੰਸਾਰ ਰੂਪੀ ਘਰ ਬਣਾਇਆ ਔਰ ਇਹਦੇ ਵਿੱਚ ਬੇਅੰਤ ਹੀ ਹਾਟ ਪਟਨ ਬਾਜ਼ਾਰ, ਹਾਟ ਪਟਨ ਗੜ ਕੋਠੜੀ ਸਤ ਸੌਦਾ ਵਪਾਰ। ਇਹਦੇ ਵਿੱਚ ਬੇਅੰਤ ਹੱਟੀਆਂ, ਬਾਜ਼ਾਰ, ਸ਼ਹਿਰ, ਕਿਲੇ, ਕੋਠੜੀਆਂ, ਘਰ ਆਦਿ ਹਨ। ਔਰ ਜੀਵ ਆਤਮਾ ਨੂੰ ਇਹ ਸੰਸਾਰ ਦੇ ਵਿੱਚ ਸੱਚ ਸੌਦਾ ਵਪਾਰ, ਸੱਚ ਦਾ ਸੌਦਾ ਕਰਨ ਲਈ ਭੇਜਿਆ। ਜਿਵੇਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ 20 ਰੁਪਈਏ ਦੇ ਕੇ ਕਿਹਾ ਕਿ ਪੁੱਤਰ ਕੋਈ ਵਧੀਆ ਸੌਦਾ ਕਰਕੇ ਆਓ ਜਿਹਦੇ ਵਿੱਚੋਂ ਪ੍ਰੋਫਿਟ ਹੋਵੇ। ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 20 ਰੁਪਈਏ ਲੈ ਕਰਕੇ ਆਪਣੇ ਨਾਲ ਆਪਣੇ ਬਚਪਨ ਦੇ ਮਿੱਤਰ ਭਾਈ ਬਾਲਾ ਜੀ ਨੂੰ ਲੈ ਕਰਕੇ ਚੱਲ ਪਏ ਸੌਦਾ ਕਰਨ। ਨਨਕਾਣਾ ਸਾਹਿਬ ਦੇ ਨੇੜੇ ਇੱਕ ਸ਼ਹਿਰ ਪੈਂਦਾ ਚੂੜਕਾਣਾ। ਚੂੜਕਾਣੇ ਦੀ ਮੰਡੀ ਵੱਜਦੀ ਸੀ, ਉਹਦੇ ਵੱਲ ਚੱਲ ਪਏ ਕਿ ਰਸਤੇ ਵਿੱਚ ਕੁਝ ਸਾਧੂ ਕੁਝ ਫਕੀਰ ਯੋਗ ਸਾਧਨਾ ਭਜਨ ਬੰਦਗੀ ਤਪੱਸਿਆ ਕਰ ਰਹੇ ਨੇ। ਤੇ ਜਾਂਦੇ ਜਾਂਦੇ ਸਤਿਗੁਰੂ ਉਹਨਾਂ ਕੋਲ ਖੜ ਗਏ। ਉਹਨਾਂ ਦੀ ਦਸ਼ਾ ਦੇਖੀ, ਉਹਨਾਂ ਦੀ ਹਾਲਤ ਵੇਖੀ। ਕਿਸੇ ਦੇ ਸਵਾਹ ਮਰੀ ਹੋਈ ਹੈ, ਕੋਈ ਧੂਣੀਆਂ ਤਪ ਰਿਹਾ ਹੈ, ਕੋਈ ਜਲ ਧਾਰੇ ਕਰ ਰਿਹਾ ਹੈ। ਉਹਨਾਂ ਦੇ ਮੁਖੀ ਕੋਲ ਬੈਠ ਗਏ ਤੇ ਮੁਖੀ ਦੇ ਕੋਲ ਗੱਲਾਂ ਬਾਤਾਂ ਕਰਦੇ ਹੋਏ ਕਹਿਣ ਲੱਗੇ, ਮਹਾਰਾਜ ਇਹ ਤੁਹਾਡੇ ਜਿਹੜੇ ਸੇਵਕ ਹਨ ਕੀ ਇਹ ਬਸਤਰ ਪਾਉਂਦੇ ਨਹੀਂ ਜਾਂ ਇਹਨਾਂ ਨੂੰ ਮਿਲਦੇ ਨੇ? ਤਾਂ ਮੁਖੀ ਕਹਿਣ ਲੱਗਿਆ, ਬਾਲਕੇ ਅਸੀਂ ਸੰਤੋਖ ਦੇ ਆਸਣ ਤੇ ਬੈਠੇ ਹਾਂ,
ਜੋ ਪਰਮੇਸ਼ਰ ਭੇਜਦਾ ਉਹ ਛਕ ਲੈਂਦੇ ਆ, ਨਹੀਂ ਤਾਂ ਬੈਠ ਕੇ ਭਜਨ ਕਰਦੇ ਰਹਿੰਦੇ ਆ। ਤੇ ਫਿਰ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਇਹ ਵੀ ਦੱਸੋ ਵੀ ਜਿਸ ਤਰ੍ਹਾਂ ਇਹਨਾਂ ਨੇ ਬਾਹਰ ਵਸਤਰ ਨਹੀਂ ਪਾਏ, ਕਿ ਅੰਦਰ ਭੋਜਨ ਵੀ ਪਾਉਂਦੇ ਆ ਕਿ ਨਹੀਂ ਪਾਉਂਦੇ? ਤੇ ਉਹ ਮੁਖੀ ਕਹਿਣ ਲੱਗੇ ਆ ਸਾਧੂਆਂ ਦਾ, ਜਿਸ ਨੂੰ ਇਤਿਹਾਸ ਵਿੱਚ ਸੰਤ ਰੇਨ ਕਰਕੇ ਕਿਹਾ, ਕਹਿਣ ਲੱਗੇ ਆ ਬਸ ਪਰਮੇਸ਼ਰ ਭੇਜੇ ਤੇ ਛਕ ਲਈਦਾ ਹੈ, ਨਹੀਂ ਤਾਂ ਫਿਰ ਉਹਦੇ ਭਾਣੇ ਸੰਤੋਖ ਦੇ ਆਸਣ ਤੇ ਬੈਠੇ ਕੇ ਭਜਨ ਕਰੀਦਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਬਾਲਿਆ ਆਹ ਸੌਦਾ ਵਧੀਆ ਲੱਗਦਾ ਮੈਨੂੰ, ਕੋ ਸਤਨਾਮ ਸ੍ਰੀ। ਬਾਲਾ ਕਹਿਣ ਲੱਗਿਆ, ਮਹਾਰਾਜ ਤੁਹਾਡੇ ਪਿਤਾ ਜੀ ਨੇ ਤੁਹਾਨੂੰ 20 ਰੁਪਈਏ ਦਿੱਤੇ ਨੇ ਕੋਈ ਨੂਣ ਤੇਲ, ਕੋਈ ਬਾਜ਼ਾਰ ਦਾ ਸੌਦਾ ਖਰੀਦਣ ਵਾਸਤੇ। ਤੇ ਕਹਿਣ ਲੱਗੇ, ਨਹੀਂ ਬਾਪੂ ਨੇ ਇਹ ਵੀ ਕਿਹਾ ਸੀ ਵੀ ਉਹ ਸੌਦਾ ਲਿਆਈ ਜਿਹਦੇ ਚੋਂ ਪ੍ਰੋਫਿਟ ਹੋਵੇ, ਲਾਭ ਹੋਵੇ, ਆਪਾਂ ਨੂੰ ਫਾਇਦਾ ਹੋਵੇ। ਕਹਿੰਦੇ ਉਹ ਤਾਂ ਠੀਕ ਆ। ਫਿਰ ਕਹਿੰਦੇ ਇਹ ਚੋਂ ਬੜਾ ਫਾਇਦਾ ਹੋਣ ਵਾਲਾ ਹੈ। ਔਰ ਫੜ ਕੇ ਥੈਲੀ 20 ਰੁਪਈਆਂ ਦੀ ਸਾਧੂਆਂ ਦੇ ਸਾਹਮਣੇ ਰੱਖ ਦਿੱਤੀ। ਮਹਾਰਾਜ ਆਹ ਲਓ, ਆਹ ਵੀ ਪਰਮੇਸ਼ਰ ਨੇ ਭੇਜਿਆ ਤੇ ਇਹਦੇ ਨਾਲ ਜਲ ਪਾਣੀ ਛਕ ਲਓ। ਉਹ ਸਾਧੂ ਕਹਿਣ ਲੱਗਿਆ, ਨਹੀਂ ਬਾਲਕੇ, ਤੈਨੂੰ ਜਿਸ ਕੰਮ ਲਈ ਤੇਰੇ ਪਿਤਾ ਨੇ ਭੇਜਿਆ ਤੂੰ ਕੰਮ ਕਰ। ਕਹਿੰਦੇ ਨਹੀਂ, ਪਿਤਾ ਦਾ ਇਹੀ ਹੁਕਮ ਹੈ ਬਈ ਉਹ ਸੌਦਾ ਕਰੀ ਜਿਹੜੇ ਚੋਂ ਲਾਭ ਹੋਵੇ। ਤੇ ਉਹ ਸੌਦਾ ਮੈਨੂੰ ਮਿਲ ਗਿਆ, ਹੁਣ ਮੈਂ ਗਾਹਾਂ ਕਿੱਥੇ ਜਾਣਾ? ਤੇ ਸਾਧੂ ਕਹਿਣ ਲੱਗਿਆ, ਫਿਰ ਅਸੀਂ ਤਾਂ ਪੈਸੇ ਲੈਂਦੇ ਨਹੀਂ, ਤੁਸੀਂ ਸਾਨੂੰ ਰਾਸ਼ਨ ਲਿਆ ਦਿਓ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਜ਼ਾਰੋਂ ਗੱਡਾ ਭਰ ਕੇ ਰਾਸ਼ਨ ਦਾ ਲਿਆ ਦਿੱਤਾ। ਜਿੰਨਾ 20 ਰੁਪਈਆਂ ਦਾ ਸਮਾਨ ਆਇਆ, ਚੌਲ, ਆਟਾ, ਖੰਡ, ਦੁੱਧ ਆਦਿ, ਔਰ ਇਹ ਸਮਾਨ ਲਿਆ ਕੇ ਲਾ ਦਿੱਤਾ। ਤੇ ਫਿਰ ਕਹਿੰਦੇ ਜੀ ਬਣਾਈਏ, ਤਿਆਰ ਕਰ ਦਈਏ ਲੰਗਰ? ਕਹਿੰਦੇ ਨਹੀਂ, ਅਸੀਂ ਆਪੇ ਤਿਆਰ ਕਰ ਲਾਂਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਦਿਨ 20 ਰੁਪਈਆਂ ਦਾ ਇਹ ਲੰਗਰ ਲਿਆ ਕਰਕੇ ਖਿਲਾਇਆ। ਔਰ ਵਾਕਿਆ ਹੀ ਸਤਿਗੁਰਾਂ ਨੇ ਜੋ ਸੌਦਾ ਕੀਤਾ ਅੱਜ ਉਹ ਕਿੰਨਾ ਵਧਿਆ। ਕਿਤਨੇ ਲੰਗਰ ਗੁਰੂ ਨਾਨਕ ਦੇ ਉਸ 20 ਰੁਪਈਆਂ ਦੇ ਚਲਾਏ ਹੋਏ ਲੰਗਰ ਦੇ ਨਾਲ ਚੱਲ ਰਹੇ ਨੇ, ਕੋਈ ਘਾਟਾ ਹੀ ਨਹੀਂ। ਖੈਰ ਇਹ ਬਾਹਰ ਦੀ ਗੱਲ ਸੀ, ਪਰ ਇਹਦੇ ਵਿੱਚ ਹੀ ਗੁਰੂ ਪਿਆਰਿਓ ਨਾਮ ਦਾ ਸੌਦਾ ਵੀ ਹੈ। ਜਿੱਥੇ ਸਤਿਗੁਰਾਂ ਨੇ ਦਇਆ ਕਰਨੀ ਸਿਖਾਈ ਆ, ਉੱਥੇ ਨਾਮ ਜਪਣਾ ਵੀ ਸਿਖਾਇਆ। ਜਿੱਥੇ ਬ੍ਰਾਹਮਣ ਹਰਦਿਆਲ ਨੂੰ ਕਹਿੰਦੇ ਹਨ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੀ ਤਪਾਂਡੇ ਘੱਟ। ਉੱਥੇ ਬੰਦੇ ਨੂੰ ਚੰਗੇ ਗੁਣਾਂ ਨੂੰ ਧਾਰਨ ਕਰਨ ਦਾ ਹੁਕਮ ਦਿੰਦੇ ਆ, ਔਰ ਸੇਵਾ ਤੇ ਸਿਮਰਨ ਸਿਖਾਉਂਦੇ ਹਨ। ਹੁਣ ਇੱਥੇ ਗੱਲ ਆਈ ਹਰਮੰਦਰ ਦੀ। ਹੁਣ ਹਰਮੰਦਰ ਇਹ ਸਰੀਰ ਵੀ ਹੈ, ਹਰਮੰਦਰ ਸੰਸਾਰ ਵੀ ਹੈ, ਤੇ ਹਰੀ ਮੰਦਰ ਇੱਕ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਰਚਨਾ ਕੀਤਾ ਮਾਤ ਲੋਕ ਦੇ ਵਿੱਚ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਵੀ ਹੈ। ਉਹ ਤਿੰਨਾਂ ਹੀ ਹਰਮੰਦਰਾਂ ਦਾ ਕੰਮ ਇੱਕੋ ਹੀ ਹੈ। ਮਾਤ ਲੋਕ ਦੇ ਵਿੱਚ ਜੀਵ ਆਇਆ ਹੈ ਪਰਮੇਸ਼ਰ ਦਾ ਨਾਮ ਜਪਣ ਲਈ, ਨਾਮ ਦਾ ਸੌਦਾ ਕਰਨ ਲਈ। ਮਨੁੱਖਾ ਜੀਵਨ ਮਿਲਿਆ ਹੈ ਨਾਮ ਜਪਣ ਲਈ। ਭਈ ਪ੍ਰਾਪਤ ਮਨੁੱਖ ਦੇ ਹੋਈਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਔਰ ਜੋ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਗਈ, ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਉਸ ਹਰਿਮੰਦਰ ਦਾ ਵੀ ਇਹੋ ਹੀ ਮਕਸਦ ਹੈ। ਤੋ ਇਹ ਸ਼ਬਦ ਦੇ 3 ਅਰਥ ਹੋ ਗਏ। ਪਾਤਸ਼ਾਹ ਜੀ ਕਹਿੰਦੇ, ਅਕਾਲ ਪੁਰਖ ਨੇ ਸੋਹਣਾ ਹਰਿਮੰਦਰ ਬਣਾਇਆ, ਰਬ ਸਸ ਦੀਪ ਅਨੂਪ ਜੋਤ, ਇਹਦੇ ਵਿੱਚ ਚੰਦਰਮਾ ਸੂਰਜ 2 ਦੀਵੇ ਜਗਾ ਦਿੱਤੇ। ਸੰਸਾਰੀ ਤੌਰ ਤੇ ਸੰਸਾਰ ਵਿੱਚ ਸੂਰਜ ਚੰਦਰਮਾ ਚਮਕਦੇ, ਇਹ 2 ਦੀਵੇ ਜਗਾ ਦਿੱਤੇ, ਜਿਨ੍ਹਾਂ ਦੀ ਜੋਤ ਪ੍ਰਕਾਸ਼ ਦਿਨ ਰਾਤ ਚੱਲਦਾ ਰਹਿੰਦਾ ਤਿੰਨਾਂ ਲੋਕਾਂ ਵਿੱਚ। ਪਾਰਾਵਾਰ ਤੋਂ ਰਹਿਤ ਭਾਵ ਜਿਸ ਦਾ
अंत नहीं है, अंत पारावार। और अगला अर्थ बन गया गुरु प्यारिओ, साडा शरीर रूपी हरमंदर, इहदे विच भी साडे शरीर दे अंदर 72 नाड़ियां हैं। जिवें भगतां ने कहा, बटुआ एक 72 आधारी। शरीर रूपी शहर के अंदर इंद्रिय रूपी हड्डियां, बाजार 10वां द्वार रूपी किला है। शरीर के अंदर 72 नाड़ियां मतलब 72 कोठरियां हैं, जो इस मंदिर में सच्चे नाम का सौदा करते हैं। उन्होंने व्यापारियों को परमेश्वर की प्राप्ति का लाभ हो जाएगा। और इसी तरह ही गुरु प्यारिओ, हर का मंदिर सोहना किया करने हार। साडे अंदर आतिशकरण बहुत ही शोभनीक है। इसनूं करन वाले सतगुरां ने शब्द द्वारा पवित्र कर दिता। आतिशकरण मन बुद्ध चित्त हंकार मैं, इन्हां दे विच बड़ी अपवित्रता सी। सतगुर ने शब्द के राही इन्हां नूं होर भी सुंदर बना दिता। देखो बाबे नानक तो शुरुआत हुई सिੱਖੀ की, और बाबे नानक जी ने 4 उदासियां ला के जगह जगह ते जा करके जो मनुखों ने विच घाट आ चुकी सी, जो मनुखों विचों इंसानियत मनुखता खत्म हो चुकी सी, उस नूं दोबारा भरना शुरू किया। और फिर समय समय ते जो लोड़ पई बदलाव की, सतगुरां ने अगे 10 जामियां विच बदलाव भी किया। और जिस तरह 9वें जामे पातशाह जी ने जुल्म नूं रोकण वास्ते औरंगे नूं समझाउणा कीता जा करके, भावें कि उत्थे शरीर भी त्यागना पिया। और 10वें जामे दे विच जे शरीर नूं सतगुरां ने पहले जामे तो सुंदर बनाउणा शुरू किया, 10वें जामे इहनूं बाहरों भी सुंदर कर दिता। सावत सूल दस्तार सिरा आदि बना करके ते इहदे अंदर गुरु प्यारिओ, सतगुरां ने सानू नाम जपण का व्यापार भी सिखाया। वंड करो बनजारिओ, वखर लहो संभाल, तैसी वस्त्र साही है जैसी निभ है नाल। सतगुर पातशाह जी ने सिख नूं ज्ञान का सुरमा पाया इहदियां बुद्धि दियां अखां विच। जिस तरह सुरमा पाया अखां साफ हो जांदियां, इसे तरह ही सतगुर ने ਇਹ ਮਨੁੱਖਾਂ ਦੀ ਬੁੱਧੀ ਵਿੱਚ ਜੋ ਅਗਿਆਨਤਾ ਦਾ ਗੁਰ ਪਿਆਰਿਓ ਕਾਲਾ ਮੋਤੀਆ ਉਤਰੇ ਆਇਆ ਸੀ, ਉਹਨੂੰ ਕੱਟਣ ਲਈ ਗਿਆਨ ਦਾ ਸੁਰਮਾ ਪਾਇਆ। ਤੇ ਮਨੁੱਖ ਨੂੰ ਸਾਫ ਦਿਸਣ ਲੱਗਿਆ, ਗਿਆਨ ਅੰਜਨ ਭੈ ਭੰਜਨਾ, ਦੇਖ ਨਿਰੰਜਨ ਭਾਏ। ਸਤਿਗੁਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਇਹ ਜੀਵ ਫਿਰ ਸੱਚ ਦਾ ਸੌਦਾ ਕਰਦਾ ਹੋਇਆ ਇਸ ਹਰਮੰਦਰ ਵਿੱਚ, ਇੱਕ ਹਰਮੰਦਰ ਸੰਸਾਰ, ਇੱਕ ਹਰਿਮੰਦਰ ਸਰੀਰ ਤੇ ਇੱਕ ਹਰਿਮੰਦਰ ਹੈ ਹਰਿਮੰਦਰ ਸਾਹਿਬ, ਜਿੱਥੇ ਸੱਚ ਦਾ ਸੌਦਾ ਸਿਖਾਇਆ ਜਾਂਦਾ। ਭਾਵ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉਹ ਹਰੀ ਦਾ ਮੰਦਰ ਹੈ। ਇਹ ਵੀ ਹਰੀ ਦਾ ਮੰਦਰ ਹੈ ਜਿੱਥੇ ਆਪਾਂ ਹੁਣ ਬੈਠੇ ਹਾਂ, ਹਾਜੀ ਰਤਨ ਬਠਿੰਡਾ ਵਿਖੇ। ਭਾਵ ਜਿੱਥੇ ਹਰੀ ਵਸਦਾ ਹੈ। ਤੇ ਹਰੀ ਤਾਂ ਤਿੰਨਾਂ ਥਾਵਾਂ ਤੇ ਵਸਦਾ, ਜਿਵੇਂ ਪਾਤਸ਼ਾਹ ਜੀ ਦੀ ਬਾਣੀ ਹੈ, ਇਹ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। दूसरा एक होर बचन है, हर मंदिर ए शरीर है, हर वसै इस माहे। इस तरह ही पातशाह जी ने सिखा नूं होर खुला समझाउण दे लई, सौखा समझाउण दे लई हरिमंदिर साहब की रचना की। और हरमंदिर साहब की रचना करके उत्थे बाहर सरोवर ते अंदर गुरबाणी का ज्ञान दे करके सतगुर ने
ਮਾਨੋ ਉਸੇ ਤਰ੍ਹਾਂ ਸਮਝਾਉਣਾ ਕੀਤਾ ਜਿਵੇਂ ਛੋਟੇ ਬੱਚਿਆਂ ਨੂੰ ਅੱਖਰਾਂ ਦਾ ਗਿਆਨ ਦੇਣ ਵਾਸਤੇ ਨਾਲ ਫੋਟੋ ਬਣਾਉਣੀ ਪੈਂਦੀ ਹੈ। ਛੋਟੇ ਬੱਚਿਆਂ ਵਾਸਤੇ ਊੜਾ ਉੱਠ, ਆੜਾ ਅੰਬ, ਈੜੀ ਇੱਟ ਆਦਿ ਨਾਲ ਉਹ ਸ਼ਕਲਾਂ ਬਣਾਉਣੀਆਂ ਪੈਂਦੀਆਂ। ਧੰਨ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਦੀ ਸ਼ਕਲ ਵੀ ਬਣਾ ਦਿੱਤੀ ਹੈ ਕਿ ਉਹ ਸੁੱਖ ਹਰਿਮੰਦਰ ਜਿਹੜਾ ਹੈ ਇਹ ਮਨੁੱਖ ਦਾ ਸਰੀਰ ਹੈ। ਔਰ ਇਹ ਸਰੀਰ ਦੇ ਵਿੱਚ ਵੀ ਬਾਣੀ ਚੱਲਦੀ ਹੈ, ਹਰਿਮੰਦਰ ਵਿੱਚ ਵੀ ਬਾਣੀ ਚੱਲਦੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਹਰਿਮੰਦਰ ਦੇ ਅੰਦਰ ਦੋ ਦੀਵੇ ਬੁਲਾ ਦਿੱਤੇ, ਅਪਰੋਖ ਤੇ ਪਰੋਖ ਗਿਆਨ। ਪਰੋਖ ਹੁੰਦਾ ਪ੍ਰਗਟ, ਅਪਰੋਖ ਹੁੰਦਾ ਗੁਪਤ ਜੋ ਅੰਦਰ ਹੈ। ਮਨੁੱਖ ਦੇ ਅੰਦਰ ਉਹ ਗਿਆਨ ਪ੍ਰਗਟ ਕਰ ਦਿੱਤਾ ਸਤਿਗੁਰ ਨੇ, ਜਿਸ ਦੇ ਨਾਲ ਕਾਲ ਸਰੂਪੀ ਅਗਿਆਨਤਾ ਦੀ ਮੈਲ ਹੈ ਉਹ ਲੱਥ ਗਈ। ਗਿਆਨ ਦਾ ਸੁਰਮਾ ਪਾ ਕੇ ਜਦੋਂ ਗਿਆਨ ਦਿੱਤਾ ਸਤਿਗੁਰ ਨੇ ਪਰੋਖ ਅਪਰੋਖ, ਅੰਦਰੂਨੀ ਤੇ ਬਾਹਰੀ, ਉਸ ਦੇ ਨਾਲ ਮਨੁੱਖ ਦੇ ਅੰਦਰੋਂ ਅਗਿਆਨਤਾ ਦਾ ਜਿਹੜਾ ਹਨੇਰਾ ਸੀ ਉਹ ਚੱਕਿਆ ਗਿਆ। ਉਹ ਕਾਲਾ ਮੋਤੀਆ ਕੱਟਿਆ ਗਿਆ। ਗਿਆਨ ਦੀ ਸਲਾਈ ਪਾਉਂਦਿਆਂ ਹੀ ਬੁੱਧ ਬਦਲੀ, ਸਿੱਧ ਪਾਈ, ਮਤ ਬਦਲ ਗਈ। ਸਤਿਗੁਰ ਨੇ ਕਿਰਪਾ ਕੀਤੀ, ਮਨਮਤ ਲੈ ਕੇ ਗੁਰਮਤ ਦੇ ਦਿੱਤੀ। ਗਿਆਨ ਅੰਜਨ ਭੈ ਭੰਜਨਾ, ਦੇਖ ਨਿਰੰਜਨ ਪਾਏ। ਜਦੋਂ ਸਤਿਗੁਰ ਨੇ ਸਿੱਖ ਦੇ ਅੰਦਰ ਸ਼ਰਧਾ ਦੇਖੀ ਤਾਂ ਇਸ ਦੇ ਅੰਦਰ ਸਤਿਗੁਰ ਨੇ ਗਿਆਨ ਰੱਖ ਦਿੱਤਾ, ਕਿਰਪਾ ਕਰ ਦਿੱਤੀ। ਗਿਆਨ ਅੰਜਨ ਭੈ ਭੰਜਨਾ, ਸਾਰੇ ਡਰਾਂ ਦਾ ਖਾਤਮਾ ਹੋ ਗਿਆ। ਗਿਆਨ ਦੇ ਨਾਲ ਸੰਸਾਰ ਦਾ ਅਸਲੀ ਰੂਪ ਸਾਹਮਣੇ ਆ ਗਿਆ। ਕਬੀਰ ਸਾਹਿਬ ਨੇ ਇਹਨੂੰ ਕੋਲਿਆਂ ਦਾ ਕੋਠਾ ਵੀ ਕਿਹਾ, ਕਿਉਂਕਿ ਜਿੱਥੇ ਮਨਮਤ ਹੈ ਉੱਥੇ ਕੋਲਿਆਂ ਦਾ ਕੋਠਾ ਹੀ ਸਮਝੋ। ਪਰ ਜਿੱਥੇ ਗੁਰਮਤ ਹੋਊਗੀ ਪ੍ਰਗਟ, ਉੱਥੇ ਉਹ ਹੀ ਸੰਸਾਰ ਰੱਬ ਦਾ ਰੂਪ ਵੀ ਦਿਖਾਈ ਦੇਣ ਲੱਗਿਆ। ਕੋ ਸਤਨਾਮ ਸਿੰਘ, ਜਿਵੇਂ ਭਾਈ ਕਨ੍ਹਈਆ ਜੀ ਦੀ ਜਿਹੜੀ ਅਵਸਥਾ ਹੈ, ਉਹਨਾਂ ਨੂੰ ਹਰ ਥਾਂ ਤੇ ਗੁਰੂ ਪਰਮੇਸ਼ਰ ਦਿਖਾਈ ਦਿੰਦਾ ਹੈ। ਸ਼ਿਕਾਇਤ ਲਾਉਣ ਵਾਲਿਆਂ ਨੂੰ ਭਾਈ ਕਨ੍ਹਈਆ ਜੀ ਗਲਤ ਲੱਗਦਾ, ਕਿਉਂਕਿ ਉਹਨਾਂ ਦੀ ਹਜੇ ਅੱਖ ਖੁੱਲੀ ਨਹੀਂ ਗਿਆਨ ਦੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖੋ, ਜਦੋਂ ਸਿੱਖ ਦੇ ਅੰਦਰ ਇਹ ਗਿਆਨ ਪ੍ਰਗਟ ਹੋ ਜਾਂਦਾ ਹੈ ਤਾਂ ਗੁਪਤ ਪ੍ਰਗਟ ਸਭ ਜਾਣੀਐ, ਜੇ ਮਨ ਰਾਖੈ ਖਾਏ। ਜੇ ਆਪਣੇ ਮਨ ਨੂੰ ਉਸ ਗੁਰੂ ਦੇ ਗਿਆਨ ਨਾਲ ਜੋੜ ਕੇ ਰੱਖੇ ਤਾਂ ਸਿੱਖ ਦੇ ਅੰਦਰ ਗੁਪਤ ਤੇ ਪ੍ਰਗਟ ਗਿਆਨ ਦੋਨੇ ਹੀ ਪ੍ਰਗਟ ਹੋ ਜਾਂਦੇ ਆ। ਇਸ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿੱਥੇ ਕੀ ਹੋ ਰਿਹਾ ਹੈ। ਗੁਪਤ ਗੱਲਾਂ ਦੀ ਸਮਝ ਵੀ ਆ ਜਾਂਦੀ ਹੈ, ਪ੍ਰਗਟ ਦੀ ਵੀ ਜਾਣ ਲੈਂਦੇ ਹਨ। ਅੰਤਰਯਾਨਤਾ ਹੋ ਜਾਂਦੀ ਹੈ, ਔਰ ਪਰ ਜਾਣ ਕੇ ਵੀ ਸਭ ਕੁਝ ਗੁਪਤ ਰੱਖਦੇ ਆ। ਜਿਵੇਂ ਭਾਈ ਭਿਖਾਰੀ ਨੂੰ ਪਤਾ ਤਾਂ ਲੱਗ ਗਿਆ ਕਿ ਅੱਜ ਮੈਂ ਆਪਣੇ ਲੜਕੇ ਦੀ ਸ਼ਾਦੀ ਕਰਾਂਗਾ, ਦੂਸਰੇ ਦਿਨ ਉਹਨੇ ਮਰ ਜਾਣਾ, ਪਰ ਉਸ ਗੁਰਮੁਖ ਨੇ ਇਸ ਗੱਲ ਦਾ ਰੌਲਾ ਥੋੜ੍ਹੀ ਪਾਇਆ, ਜਾਂ ਉਸਨੇ ਪਰਮੇਸ਼ਰ ਦੇ ਭਾਣੇ ਵਿੱਚ ਕੋਈ ਅੜਿੱਕਾ ਨਹੀਂ ਬਣਨਾ ਕੀਤਾ। ਭਾਣੀ ਨੂੰ ਬਣਦਿਆਂ ਹੋਇਆ ਜਿੱਥੇ ਵਿਆਹ ਦੀ ਫੀਲਿੰਗ ਲਈ, ਜਿੱਥੇ ਵਿਆਹ ਕੀਤਾ ਬੱਚੇ ਦਾ, ਉੱਥੇ ਮੌਤ ਤੋਂ ਬਾਅਦ ਜੋ ਕੰਮ ਕਰਨਾ ਸੀ ਉਹ ਵੀ ਪਹਿਲੇ ਤਿਆਰੀ ਕਰਕੇ ਰੱਖੀ ਆ। ਸੀढ़ी ਬਣਾਉਣੀ, ਦਰੀਆਂ ਤਿਆਰੀ ਕਰਨੀ, ਵਿਛਾਉਣ ਵਾਸਤੇ ਪੱਥਰ। ਇਸ ਕਰਕੇ ਜਿਨ੍ਹਾਂ ਨੇ ਮਨ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਕੇ ਰੱਖਿਆ, ਉਹਨਾਂ ਨੂੰ ਗੁਪਤ ਪ੍ਰਗਟ ਸਭ ਗਿਆਨ ਹੋ ਜਾਂਦਾ। ਖੋਟੇ ਠੌਰ ਨ ਪਾਇਨੀ, ਖਰੇ ਖਜ਼ਾਨੇ ਪਾਏ। ਤੇ ਜਦੋਂ ਉਹਨਾਂ ਨੂੰ ਗਿਆਨ ਹੋ ਜਾਂਦਾ ਤਾਂ ਗੁਰੂ ਪਿਆਰਿਓ, ਉਸ ਗਿਆਨ ਨੂੰ ਉਹ ਰੌਲਾ ਨਹੀਂ ਪਾਉਂਦੇ। ਉਸ ਗਿਆਨ ਦਾ ਉਹ ਰੌਲਾ ਨਹੀਂ ਪਾਉਂਦੇ।
ਗੁਪਤ ਹੋ ਜਾਂਦੇ ਹੈ। ਕਸ ਕਸ ਵੱਟੀ ਲਾਈਐ ਪਰਖੈ ਹਿਤ ਚਿਤ ਲਾਏ, ਤੇ ਪਰਮੇਸ਼ਰ ਉਹਨਾਂ ਨੂੰ ਕਈ ਵਾਰੀ ਪਰਖਦਾ, ਘਸੋਟੀ ਲਾ ਲਾ ਕੇ, ਕਈ ਵਾਰੀ ਸੁੱਖ ਦੇ ਕੇ ਪਰਖਦਾ, ਕਈ ਵਾਰੀ ਦੁੱਖ ਦੇ ਕੇ ਵੀ ਪਰਖਦਾ। ਸੁੱਖ ਦੇ ਕੇ ਪਰਖਦਾ ਕਿ ਵੇਖਾਂ ਭਲਾ ਸੁੱਖਾਂ ਦੇ ਵਿੱਚ ਆ ਕੇ ਮੈਨੂੰ ਭੁੱਲਦਾ ਕਿ ਨਹੀਂ, ਦੁੱਖਾਂ ਦੇ ਵਿੱਚ ਵੀ ਪਰਖਦਾ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਹੀ ਤਾਂ ਦੱਸਿਆ, ਸਰਸਾ ਨਦੀ ਦੇ ਕਿਨਾਰੇ ਤੇ ਆਸਾ ਦੀ ਵਾਰ ਦਾ ਕੀਰਤਨ ਕਰਕੇ, ਕਿ ਦਇਆ ਸਿੰਘ ਭਾਵੇਂ ਕੁਛ ਵੀ ਹੋਵੇ ਸਿੱਖ ਨੂੰ ਨਿਤਨੇਮ ਨਹੀਂ ਛੱਡਣਾ ਚਾਹੀਦਾ। ਕਹੋ ਸਤਨਾਮ ਸ੍ਰੀ। ਜੰਗ ਦੇ ਮੈਦਾਨ ਵਿੱਚ ਪਿੱਛੇ ਦੁਸ਼ਮਣ ਚੜ੍ਹ ਕੇ ਆ ਰਹੇ ਹੈ, ਪਰ ਸਤਿਗੁਰੂ ਪਾਤਸ਼ਾਹ ਸਰਸਾ ਦੇ ਪਰਲੇ ਪਾਸੇ ਬੈਠ ਕਰਕੇ ਆਸਾ ਦੀ ਵਾਰ ਦਾ ਕੀਰਤਨ ਕਰੀ ਜਾਂਦੇ ਹੈ। ਤੋ ਇਸ ਕਰਕੇ ਸੁੱਖਾਂ ਤੇ ਦੁੱਖਾਂ ਦੀ ਘਸੋਟੀ ਲਾ ਕੇ ਪਰਮੇਸ਼ਰ ਦੇਖਦਾ, ਸਿੱਖ ਨੂੰ ਪਰਖਦਾ। ਕਸ ਕਸ ਵੱਟੀ ਲਾਈਐ ਪਰਖੈ ਹਿਤ ਚਿਤ ਲਾਏ। ਜਦੋਂ ਸਤਿਗੁਰ ਸਿੱਖ ਨੂੰ ਘਸੋਟੀ ਲਾਉਂਦਾ, ਪਰਖਦਾ, ਜਿਵੇਂ ਸੁਨਿਆਰਾ ਸੋਨੇ ਨੂੰ ਪਰਖਦਾ। ਜੇ ਉਹ ਸੋਨੇ 'ਚ ਥੋੜਾ ਵੀ ਖੋਟ ਰਹਿ ਜਾਵੇ, ਉਹਨੂੰ ਫੇਰ ਤੇਜ਼ਾਬਾਂ 'ਚ ਪਾਉਂਦਾ, ਫੇਰ ਅੱਗ ਵਿੱਚ ਪਾਉਂਦਾ, ਤੇ ਜਦੋਂ ਪੂਰਾ ਸ਼ੁੱਧ ਹੋ ਜਾਂਦਾ ਹੈ, ਫਿਰ ਉਹਨਾਂ ਨੂੰ ਆਪਣੇ ਖਜ਼ਾਨੇ ਵਿੱਚ ਰੱਖ ਲੈਂਦਾ। ਤੇ ਜਦੋਂ ਕੋਈ ਸਿੱਖ ਗੁਰੂ ਦੇ ਪਰਮੇਸ਼ਰ ਦੀ ਲਾਈ ਘਸੋਟੀ ਨੂੰ ਝੱਲਦਾ ਨਹੀਂ, ਸਹਿੰਦਾ ਨਹੀਂ, ਭਾਵ ਉਸ ਤੇ ਪੂਰਾ ਨਹੀਂ ਉਤਰਦਾ, ਫਿਰ ਗੁਰੂ ਉਸ ਨੂੰ ਤਿਆਗ ਦਿੰਦਾ। ਜਿਸ ਤਰ੍ਹਾਂ ਇੱਕ ਭਾਈ ਦੁਨੀ ਚੰਦ ਹੈ, ਗੁਰੂ ਨੇ ਘਸੋਟੀ ਲਾਤੀ ਕਿ ਦੁਨੀ ਚੰਦ ਵੀ ਸਾਡਾ ਹਾਥੀ ਹੈ, ਕੇਸਰੀ ਚੰਦ ਦੇ ਹਾਥੀ ਦਾ ਮੁਕਾਬਲਾ ਦੁਨੀ ਚੰਦ ਕਰੇਗਾ, ਪਰ ਉਹ ਖਰਾ ਨਹੀਂ ਉਤਰਿਆ, ਪੂਰਾ ਨਹੀਂ ਉਤਰਿਆ, ਤੇ ਉਹ ਭੱਜ ਗਿਆ ਛੱਡ ਕੇ ਮੈਦਾਨ। ਫਿਰ ਭਾਈ ਬਚਿੱਤਰ ਸਿੰਘ ਨੂੰ ਪਰਖਿਆ ਕਿ ਚਲੋ ਕੋਈ ਗੱਲ ਨਹੀਂ, ਹਾਥੀ ਤਾਂ ਭੱਜ ਜਾਂਦੇ ਨੇ, ਪਰ ਸ਼ੇਰ ਮੁਕਾਬਲਾ ਕਰੇਗਾ। ਤੇ ਭਾਈ ਬਚਿੱਤਰ ਸਿੰਘ ਨੇ 7 ਬਚਨ ਕਹਿ ਕੇ ਜਿਵੇਂ ਜਿਵੇਂ ਗੁਰੂ ਸਾਹਿਬ ਨੇ ਹੁਕਮ ਦਿੱਤਾ ਉਵੇਂ ਕੀਤਾ, ਤੇ ਉਹ ਪਰਖਿਆ ਤੇ ਖਰਾ ਉਤਰਿਆ। ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਸ਼ਾਬਾਸ਼ੇ ਦਿੱਤੀ। ਇਸ ਕਰਕੇ ਗੁਰੂ ਪਰਖਦਾ ਹੈ। ਕਸ ਕਸ ਵੱਟੀ ਲਾਈਐ ਪਰਖੈ ਹਿਤ ਚਿਤ ਲਾਏ, ਖੋਟੇ ਠੌਰ ਨਾ ਪਾਇਨੀ। ਫਿਰ ਜਦ ਪਰਮੇਸ਼ਰ ਪ੍ਰੀਖਿਆ ਲੈਂਦਾ, ਸਿੱਖ ਦੀ ਪਰਖਣਾ ਕਰਦਾ ਹੈ, ਫਿਰ ਖੋਟੇ ਜਿਹੜੇ ਹਨ ਉਹ ਖਰੇ ਨਹੀਂ ਉਤਰਦੇ, ਪੂਰੇ ਨਹੀਂ ਉਤਰਦੇ, ਤੇ ਗੁਰੂ ਸਾਹਿਬ ਉਹਨਾਂ ਨੂੰ ਫਿਰ ਆਪਣੇ ਥਾਂ ਤੇ ਆਪਣੇ ਘਰ ਵਿੱਚ ਰੱਖਦਾ ਨਹੀਂ, ਉਹਨਾਂ ਨੂੰ ਫਿਰ 84 ਲੱਖ ਜੂਨਾਂ ਦੀ ਗੁਠਾਲੀ ਵਿੱਚ ਪਾ ਕੇ ਢਾਲਦਾ ਹੈ। 84 ਲੱਖ ਜੂਨਾਂ ਦੀ ਅੱਗ ਵਿੱਚ ਫਿਰ ਪਾਉਂਦਾ ਹੈ। ਜੰਮਣ ਮਰਨ ਦੇ ਚੱਕਰਾਂ ਵਿੱਚ ਫਿਰ ਪੈ ਜਾਂਦੇ ਹਨ ਉਹ, ਔਰ ਭਟਕਣਾ ਕਰਦੇ ਹੈ। ਔਰ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਖੋਟੇ ਠੌਰ ਨ ਪਾਇਨੀ, ਖਰੇ ਖਜ਼ਾਨੇ ਪਾਏ, ਆਸ ਅੰਦੇਸ਼ਾ ਦੂਰ ਕਰ। ਆਸ ਤੇ ਅੰਦੇਸ਼ਾ ਹੁੰਦਾ ਫਿਕਰ, ਭਰਮ, ਚਿੰਤਾ। ਜਦੋਂ ਸਿੱਖ ਗੁਰੂ ਦੇ ਨਾਲ ਚੱਲਦਾ ਹੋਇਆ ਆਪਣੇ ਖਿਆਲ ਛੱਡ ਕੇ ਕੇਵਲ ਗੁਰੂ ਤੇ ਡਿਪੈਂਡ ਹੋ ਜਾਂਦਾ ਹੈ, ਤੇ ਗੁਰੂ ਜੋ ਕਰਦਾ ਹੈ ਉਸ ਨੂੰ ਸੱਤ ਕਰਕੇ ਮੰਨਦਾ ਹੈ। ਆਸ ਅੰਦੇਸ਼ਾ ਦੂਰ ਕਰ, ਇਉਂ ਮਨ ਜਾਏ ਸਮਾਏ, ਜੋ ਤੈਨੂੰ ਦੁਨੀਆ ਦੀ ਆਸਾ, ਭਾਵ ਲੰਮੇ ਸਮੇਂ ਤੋਂ ਆਸਾ, ਇੱਛਾ, ਆਸ਼ਾ ਤੇ ਤ੍ਰਿਸ਼ਨਾ, ਇਹਨਾਂ ਦੋਵਾਂ ਦੇ ਕਾਰਨ ਹੀ ਸੰਸਾਰ ਪੈਦਾ ਹੁੰਦਾ ਹੈ। ਸੰਸਾ ਵੀ ਸ਼ਬਦ ਇਸੇ ਦਾ ਅਰਥ ਹੈ। ਸੰਸਾ ਇਹ ਸੰਸਾਰ ਹੈ, ਸੁੱਤਿਆਂ ਰਹਿਣ ਬਿਹਾਏ। ਸੰਸਾਰ ਦਾ ਬਣਨਾ ਸੰਸਿਆਂ ਤੋਂ ਹੈ, ਭਰਮਾਂ ਤੋਂ ਹੈ, ਇੱਛਾ ਤੋਂ ਹੈ, ਆਸ਼ਾ ਤ੍ਰਿਸ਼ਨਾ ਤੋਂ ਹੈ।
ਜੋ ਦੀਰਘ ਕਾਲ ਤੋਂ ਇੱਛਾ ਬਣੀ ਰਹਿਣੀ, ਸਵਾਸ ਮੁੱਕ ਜਾਂਦੇ ਆ, ਪਰ ਜਿਉਣ ਦੀ ਧਨ ਪਦਾਰਥ ਜੋੜਨ ਦੀ ਇੱਛਾ ਨਹੀਂ ਮੁੱਕਦੀ। ਸੰਸਾਰ ਰਹਿੰਦਾ, ਪਤਾ ਨਹੀਂ ਮੇਰੀ ਆਸਾ ਪੂਰੀ ਹੋਵੇ ਕਿ ਨਾ ਹੋਵੇ। ਇਸੇ ਤਰ੍ਹਾਂ ਅੰਦੇਸ਼ਾ ਦੂਰ ਹੋ ਜਾਵੇਗਾ ਜੇ ਤੂੰ ਸ਼ਰਧਾ ਭਾਵਨਾ ਨਾਲ ਸਤਿਗੁਰ ਦੀ ਸੇਵਾ ਤੇ ਸਿਮਰਨ ਵਿੱਚ ਲੱਗ ਜਾਵੇ। ਸਤਿਗੁਰ ਤੇ ਭਰੋਸਾ ਰੱਖੇਗਾ ਤਾਂ ਇਉਂ ਆਸਾ ਅੰਦੇਸ਼ਾ ਦੂਰ ਕਰ, ਇਉਂ ਮਨ ਜਾਏ ਸਮਾਏ। ਜਿਹੜੀ ਮੈਲ ਦੀ ਗੱਲ ਕੀਤੀ ਹੈ ਸ਼ਬਦ ਦੇ ਸ਼ੁਰੂਆਤ ਵਿੱਚ, ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ। ਗੁਰੂ ਦੇ ਕੋਲੋਂ ਹੀ ਉਸ ਅਸਲੀ ਪਵਿੱਤਰਤਾ ਨੂੰ ਜਾਣਿਆ ਜਾ ਸਕਦਾ ਹੈ। ਔਰ ਜਦ ਗੁਰੂ ਜਨਾਉਂਦਾ ਹੈ ਤਾਂ ਫਿਰ ਸਿੱਖ ਨੂੰ ਸਮਝ ਆਉਂਦੀ ਹੈ ਸੱਚ ਕੀ ਹੈ ਤੇ ਝੂਠ ਕੀ ਹੈ। ਜਦੋਂ ਨਿਰਮਲ ਪਰਮੇਸ਼ਰ ਦੇ ਬਾਰੇ ਜਾਣਕਾਰੀ ਗੁਰੂ ਦਿੰਦਾ ਹੈ, ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ। ਜਦੋਂ ਉਹ ਨਿਰਮਲ ਪਵਿੱਤਰ ਹਿਰਦੇ ਵਿੱਚ ਵਸ ਜਾਂਦਾ ਹੈ, ਫਿਰ ਸਾਡੇ ਹਿਰਦੇ ਦੇ ਦੁੱਖਾਂ ਨੂੰ ਉਹ ਜਾਣ ਲੈਂਦਾ ਤੇ ਦੂਰ ਕਰਦਾ। ਇਸ ਕਰਕੇ ਜਦੋਂ ਸਿੱਖ ਗੁਰੂ ਦੀ ਪਰਖਣਾ ਵਿੱਚ ਪੂਰਾ ਉਤਰਦਾ ਹੈ ਤਾਂ ਅਕਾਲ ਪੁਰਖ ਉਸ ਨੂੰ ਆਪਣੇ ਵਿੱਚ ਮਿਲਾ ਲੈਂਦਾ। ਖਰੇ ਖਜ਼ਾਨੇ ਪਾਈਨ ਖੋਟੇ ਸਿੱਟੀਨ ਬਾਹਰ ਬਾਹਰ। ਜਿਵੇਂ ਕੋਈ ਸੁਨਿਆਰਾ ਸੋਨੇ ਦੀ ਸੁਧਾਈ ਕਰਦਾ ਹੈ, ਸੋਧ ਕੇ ਜਦੋਂ ਉਹ ਖਰਾ ਹੋ ਜਾਂਦਾ ਹੈ ਤੇ ਉਸ ਤੇ ਮੋਹਰ ਲਾ ਕੇ ਪੇਟੀ ਵਿੱਚ ਰੱਖ ਦਿੰਦਾ, ਖਰਾ ਹੈ ਇਹ। ਉਸੇ ਤਰ੍ਹਾਂ ਹੀ ਪਰਮੇਸ਼ਰ ਉਹਨਾਂ ਰੂਹਾਂ ਨੂੰ ਆਪਣੇ ਵਿੱਚ ਰੱਖ ਲੈਂਦਾ ਜਿਹੜੀਆਂ ਖਰੀਆਂ ਹੋ ਜਾਂਦੀਆਂ, ਜਿਹੜੀਆਂ ਗੁਰੂ ਦੀ ਘਸੋਟੀ ਤੇ ਪੂਰੀਆਂ ਉਤਰਦੀਆਂ। ਕਿਉਂਕਿ ਗੁਰੂ ਤੇ ਪਰਮੇਸ਼ਰ ਦੋਨੇ ਰਲ ਕੇ ਹੀ ਸਿੱਖ ਦਾ ਉਧਾਰ ਕਰਦੇ ਆ। ਪਰ ਇਹ ਦੋ ਵੀ ਅਸਲ ਵਿੱਚ ਇੱਕੋ ਹੀ ਰੂਪ ਹੈ। ਇੱਥੇ ਸੰਸਾਰ ਵਿੱਚ ਜਿਹੜਾ ਗੁਰੂ ਹੈ, ਇਹੋ ਹੀ ਦਰਗਾਹ ਵਿੱਚ ਪਰਮੇਸ਼ਰ ਹੈ। ਇੱਥੇ ਪ੍ਰਤੱਖ ਹੈ, ਉੱਥੇ ਸਰੂਪ ਗੁਪਤ ਹੈ। ਜਿਵੇਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਹਨ। ਜਦੋਂ ਕੋਈ ਇਸ ਬਾਣੀ ਨਾਲ ਜੁੜਦਾ ਹੈ ਤਾਂ ਇਹ ਬਾਣੀ ਉਹਨਾਂ ਨੂੰ ਪਰਮੇਸ਼ਰ ਵਿੱਚ ਮਿਲਾ ਦਿੰਦੀ ਹੈ। ਉਹਨਾਂ ਰੂਹਾਂ ਦਾ ਦੁਬਾਰਾ ਜੰਮਣਾ ਮਰਨਾ ਖਤਮ ਹੋ ਜਾਂਦਾ, ਉਹ ਪਰਮੇਸ਼ਰ ਦੇ ਵਿੱਚ ਮਿਲ ਜਾਂਦੀਆਂ। ਉਹਨਾਂ ਦੀ ਭਟਕਣਾ ਖਤਮ ਹੋ ਜਾਂਦੀ। ਫਿਰ ਜਦੋਂ ਜਦੋਂ ਪਰਮੇਸ਼ਰ ਦੀ ਇੱਛਾ ਹੁੰਦੀ ਹੈ, ਲੋੜ ਹੁੰਦੀ ਹੈ, ਉਹਨਾਂ ਰੂਹਾਂ ਨੂੰ ਸੰਸਾਰ ਦੇ ਭਲੇ ਵਾਸਤੇ ਭੇਜਦੇ ਆ। ਉਹਨਾਂ ਸੋਧੀਆਂ ਹੋਈਆਂ ਰੂਹਾਂ ਨੂੰ ਜਿਹੜੀਆਂ ਪਰਮੇਸ਼ਰ ਦੇ ਦਰ ਤੇ ਪੂਰੀਆਂ ਉਤਰ ਜਾਂਦੀਆਂ, ਉਹਨਾਂ ਨੂੰ ਆਪਣੇ ਕੋਲ ਰੱਖਦਾ। ਤੇ ਫਿਰ ਜਿਵੇਂ ਜਿਵੇਂ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਅੱਜ ਜ਼ੁਲਮ ਫੈਲਿਆ ਹੋਇਆ ਹੈ, ਜਿਵੇਂ ਮੁਗਲਾਂ ਵੇਲੇ ਔਰੰਗੇ ਵੇਲੇ ਸੰਸਾਰ ਵਿੱਚ ਜ਼ੁਲਮ ਹੋ ਰਿਹਾ ਸੀ, ਤੇ ਉਦੋਂ ਫਿਰ ਧਰਤੀ ਦੀਆਂ ਪੁਕਾਰਾਂ ਪਰਮੇਸ਼ਰ ਕੋਲ ਗਈਆਂ। ਤੇ ਫਿਰ ਪਰਮੇਸ਼ਰ ਨੇ ਧਿਆਨ ਮਾਰਿਆ ਵੀ ਹੁਣ ਕਿਹਨੂੰ ਭੇਜਾਂ ਮੈਂ ਉੱਥੇ। ਤਾਂ ਉਹਨਾਂ ਦਾ ਧਿਆਨ ਦੁਸ਼ਟ ਦਮਨ ਭਾਵ ਗੁਰੂ ਗੋਬਿੰਦ ਸਿੰਘ ਜੀ ਤੇ ਗਿਆ ਵੀ ਤੁਸੀਂ ਜਾਓ। ਜਿਹੜਾ ਸੰਸਾਰ ਦੇ ਵਿੱਚ ਰਾਜਾ ਔਰੰਗਜ਼ੇਬ ਹੈ, ਉਹ ਜ਼ੁਲਮ ਕਰ ਰਿਹਾ ਹੈ, ਉਹਦੇ ਜ਼ੁਲਮ ਨੂੰ ਕੋਈ ਨਹੀਂ ਠੱਲ ਪਾ ਸਕਦਾ, ਤੁਹਾਡੇ ਬਿਨਾਂ ਤੁਸੀਂ ਜਾਓ। ਇਸ ਤਰ੍ਹਾਂ ਜਿਹੜੀਆਂ ਰੂਹਾਂ ਖਰੀਆਂ ਹੋ ਜਾਂਦੀਆਂ, ਖਰੇ ਖਜ਼ਾਨੇ ਪਾਏ, ਉਹਨਾਂ ਨੂੰ ਆਪਣੇ ਵਿੱਚ ਮਿਲਾ ਲੈਂਦਾ। ਸਿੱਖਾ ਆਸਾ ਅੰਦੇਸ਼ਾ ਦੂਰ ਕਰ, ਤਾਂ ਕਿ ਤੂੰ ਵੀ ਆਸਾ ਤ੍ਰਿਸ਼ਨਾ ਨੂੰ ਛੱਡ, ਅੰਦੇਸ਼ਾ ਸ਼ੰਕੇ ਭਰਮ ਇਹਨਾਂ ਨੂੰ ਛੱਡ। ਇਉਂ ਜਿਹੜੀਆਂ ਤੇਰੇ ਅੰਦਰ ਮੈਲਾਂ ਲੱਗੀਆਂ, ਕਿਹੜੀਆਂ ਮੈਲਾਂ ਲੱਗੀਆਂ? ਈਰਖਾ ਦੁਇਧ ਵੈਰ ਦੀਆਂ, ਝੂਠ ਦੀਆਂ, ਸਾੜੇ ਦੀਆਂ, ਨਿੰਦਿਆ ਚੁਗਲੀ ਦੀਆਂ, ਇਹ ਸਾਰੀਆਂ ਹੀ ਮੈਲਾਂ ਲੱਥ ਜਾਣਗੀਆਂ ਜਦੋਂ ਤੂੰ ਗੁਰਮਤਿ ਅਨੁਸਾਰ ਚੱਲਣਾ ਸ਼ੁਰੂ ਕਰ ਦਿੱਤਾ। ਉਹਦੇ ਭਾਣੇ ਵਿੱਚ ਆ ਗਿਆ ਆਸਾ ਕੁਝ ਪਾਉਣ ਦੀ ਇੱਛਾ, ਅੰਦੇਸ਼ਾ ਸ਼ੰਕਾ ਪਤਾ ਨਹੀਂ ਕੀ ਬਣੂ ਕੀ ਨਾ ਬਣੂ ਆਉਣ ਵਾਲੇ ਸਮੇਂ। ਇਹ ਦੋਨੇ ਚੀਜ਼ਾਂ ਛੱਡ ਕੇ ਵਰਤਮਾਨ ਵਿੱਚ ਆ ਜਾ। ਇਸ ਕਰਕੇ ਵਰਤਮਾਨ ਨੂੰ ਸੰਭਾਲਦੇ ਹੋਏ ਜਦੋਂ ਅਸੀਂ ਪਰਮੇਸ਼ਰ ਨਾਲ ਜੁੜਾਂਗੇ ਤਾਂ ਸਾਡੇ ਅੰਦਰੋਂ ਇਹ ਪਾਤਸ਼ਾਹ ਜੀ ਕਹਿੰਦੇ ਮੈਲਾਂ ਲਹਿ ਜਾਣਗੀਆਂ। ਜਦ ਮੈਲਾਂ ਲੱਥ ਗਈਆਂ, ਜਦ ਸੁਨਿਆਰਾ ਸੋਨੇ ਨੂੰ ਸੋਧਦਾ ਹੈ, ਕੋਠਾਲੀ ਦੇ ਵਿੱਚ
ਜਿੰਨਾ ਚਿਰ ਉਹ ਸੋਨਾ ਖੋਟਾ ਹੁੰਦਾ ਹੈ ਉਨਾ ਚਿਰ ਸਾਨੂੰ ਉਹ ਗੁਠਾਲੀ ਵਿੱਚ ਭੱਜਦਾ ਦਿਖਾਈ ਦਿੰਦਾ, ਉਬਲਦਾ, ਰਿੱਝਦਾ। ਤੇ ਜਦੋਂ ਖਰਾ ਸਿਉਣਾ ਹੋ ਜਾਂਦਾ ਫਿਰ ਸੁਨਿਆਰਾ ਉਹਨੂੰ ਢਾਲਦਾ ਗੁਠਾਲੀ ਵਿੱਚ ਪਾ ਕੇ, ਉਹ ਐਂ ਖੜਾ ਦਿਖਾਈ ਦਿੰਦਾ, ਪਤਾ ਨਹੀਂ ਲੱਗਦਾ ਵੀ ਉਹਨੂੰ ਸੇਕ ਲੱਗ ਰਿਹਾ ਕਿ ਨਹੀਂ ਲੱਗ ਰਿਹਾ। ਪਾਣੀ ਬਣ ਜਾਂਦਾ ਲੇਕਿਨ ਹੱਲਦਾ ਨਹੀਂ ਉਹ। ਜਿਵੇਂ ਤੁਹਾਨੂੰ ਨਦੀ ਦਾ ਪਾਣੀ, ਖਾਲੇ ਦਾ ਪਾਣੀ ਤਾਂ ਵਗਦਾ ਦਿਖਾਈ ਦੇਊਗਾ, ਪਰ ਸਾਗਰ ਦਾ ਪਾਣੀ ਤੁਹਾਨੂੰ ਚੱਲਦਾ ਦਿਖਾਈ ਨਹੀਂ ਦੇਊਗਾ। ਵੱਡੇ ਸਮੁੰਦਰ, ਵੱਡੇ ਸਾਗਰ, ਤੁਸੀਂ ਉਹਨਾਂ ਉੱਤੇ ਸਾਹਮਣੇ ਖੜ ਕੇ ਦੇਖਿਓ, ਤੁਹਾਨੂੰ ਉਹ ਪਾਣੀ ਹਲਦਾ ਦਿਖਾਈ ਦੇਗਾ। ਉਹਦੇ ਥੱਲੇ ਬਹੁਤ ਲਹਿਰਾਂ ਚੱਲ ਰਹੀਆਂ ਨਦੀਆਂ ਨਾਲੀਆਂ ਦੀਆਂ, ਜਿਹੜੇ ਉਹਦੇ ਵਿੱਚ ਮਿਕਸ ਹੋ ਰਹੇ ਨੇ। ਪਰ ਸਾਗਰ ਦੇ ਵਿੱਚ ਵੜਦਿਆਂ ਹੀ ਉਹਨਾਂ ਦੀਆਂ ਜਿਹੜੀਆਂ ਭੱਜ ਦੌੜ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਸਿੱਖ ਵੀ ਜਦੋਂ ਗੁਰਮਤਿ ਅਨੁਸਾਰ ਚੱਲਦਾ ਹੈ, ਆਪਣੀਆਂ ਮੈਲਾਂ ਨੂੰ ਦੂਰ ਕਰਕੇ ਪਰਮੇਸ਼ਰ ਵਿੱਚ ਮਿਲ ਜਾਂਦਾ ਹੈ, ਤਾਂ ਕਸ ਕਸ ਵੱਟੀ ਲਾਈਐ ਪਰਖੈ ਹਿਤ ਜਿਤ ਲਾਏ, ਖੋਟੇ ਠੌਰ ਨਾ ਪਾਏ ਨੀ, ਖੋਟਿਆਂ ਨੂੰ ਬਾਹਰ ਸਿੱਟ ਦਿੰਦਾ। ਜਿਵੇਂ ਅਸੀਂ ਨਕਲੀ ਨੋਟ ਨੂੰ ਜੇਬ 'ਚ ਨਹੀਂ ਰੱਖਦੇ, ਸਿੱਟ ਦਿੰਦੇ ਆ, ਉਸੇ ਤਰ੍ਹਾਂ ਹੀ ਪਰਮੇਸ਼ਰ ਵੀ ਖੋਟਿਆਂ ਨੂੰ, ਜਿਹੜੇ ਪਖੰਡ ਕਰਦੇ ਆ, ਉਹਨਾਂ ਨੂੰ ਦੁਨੀਆ ਵਿੱਚ ਭਟਕਾ ਦਿੰਦਾ ਹੈ, ਤੇ ਜਿਹੜੇ ਖਰੇ ਹੋ ਜਾਂਦੇ ਆ ਉਹਨਾਂ ਨੂੰ ਵਿੱਚ ਰੱਖ ਲੈਂਦਾ ਹੈ। ਸੁਖ ਕੋ ਮੰਗੈ ਸਭ ਕੋ, ਦੁੱਖ ਨ ਮੰਗੈ ਕੋਏ। ਅਗਲੇ ਪਾਰੇ ਵਿੱਚ ਪਾਤਸ਼ਾਹ ਜੀ ਕਹਿੰਦੇ ਸੰਸਾਰ ਸੁੱਖ ਮੰਗਦਾ, ਸਾਰੀ ਦੁਨੀਆ ਸੁੱਖ ਮੰਗਦੀ ਹੈ, ਕੋਈ ਦੁੱਖ ਨਹੀਂ ਮੰਗਦਾ ਗਾ। ਦੁੱਖਾਂ ਨੂੰ ਕੋਈ ਨਹੀਂ ਮੰਗਦਾ, ਪਰ ਦੁੱਖਾਂ ਤੋਂ ਬਗੈਰ ਇਹਦੀ ਸੁਧਾਈ ਵੀ ਨਹੀਂ ਹੁੰਦੀ। ਕੋ ਸਤਨਾਮ, ਇਹ ਪਰਮੇਸ਼ਰ ਵੱਲ ਜਾਂਦਾ ਵੀ ਨਹੀਂ। ਕਬੀਰ ਸਾਹਿਬ ਜੀ ਕਹਿੰਦੇ ਸੁਖ ਮੈਂ ਸਿਮਰਨ ਸਭ ਕਰੇ, ਦੁੱਖ ਮੈਂ ਕਰੇ ਨ ਕੋਏ। ਜੋ ਸੁਖ ਮੈਂ ਸਿਮਰਨ ਕਰੇ, ਦੁੱਖ ਕਾਹੇ ਕੋ ਹੋਏ। ਹੁਣ ਤੜਕੇ ਸੁਨੇਹਾ ਉੱਠਣਾ ਔਖਾ ਜਿਹਾ ਲੱਗਦਾ, ਰਜਾਈ ਤੋਂ ਨਿਕਲਣਾ, ਠੰਡ ਚ ਵਾੜਨਾ ਬਹੁਤ ਔਖਾ ਲੱਗਦਾ। ਸਾਰੀ ਦੁਨੀਆ ਸੁੱਖ ਮੰਗਦੀ ਆ, ਪਰ ਦੁੱਖਾਂ ਨੂੰ ਕੋਈ ਨਹੀਂ ਮੰਗਦਾ। ਸੁੱਖ ਕੋ ਮੰਗੈ ਸਭ ਕੋ, ਦੁੱਖ ਨ ਮੰਗੈ ਕੋਏ। ਸੁੱਖ ਹੈ ਕੋ ਦੁੱਖ ਅਗਲਾ। ਪਰ ਯਾਦ ਰੱਖਿਓ, ਜਿਹੜੇ ਸੁੱਖ ਸਾਨੂੰ ਆ ਰਹੇ ਹਨ, ਇਹਨਾਂ ਦੇ ਪਿਛਲੇ ਪਾਸੇ ਦੁੱਖ ਵੀ ਖੜਾ ਹੈ। ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਇਹ ਸੁੱਖ ਤੇ ਦੁੱਖ ਵਾਰੀ ਵਾਰੀ ਆਉਂਦੇ ਰਹਿੰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਸਿਮਰਨ ਕਰਨਾ, ਹੁਣ ਸਾਧਨ ਕਰਨੇ, ਇਹਨਾਂ ਨੂੰ ਕੋਈ ਦੁੱਖ ਜਾਣ ਕੇ ਛੱਡ ਜਾਂਦਾ। ਭਾਵ ਕੌਣ ਸੁਨੇਹਾ ਉੱਠੇ ਵੀ ਪੋਲਾ ਮਹੀਨਾ, ਇੰਨੀ ਠੰਡ ਪੈਂਦੀ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਨਾਂ ਦੁੱਖਾਂ ਦੇ ਪਿੱਛੇ ਸੁੱਖ ਵੀ ਹੈ। ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੇਗਾ, ਇਹ ਦੁੱਖ ਨਹੀਂ ਹੈ। ਲੱਗਦਾ ਹੈ ਔਖਾ ਉੱਠਣਾ, ਪਰ ਇਹ ਦੁੱਖ ਨਹੀਂ ਹੈ, ਇਹਦੇ ਪਿੱਛੇ ਸੁੱਖ ਹੈ। ਆਉਣ ਵਾਲੇ ਸਮੇਂ ਦੇ ਵਾਸਤੇ ਜਿਵੇਂ ਕਿਸਾਨੀ ਅੰਦੋਲਨ ਮੋਰਚਾ ਲੱਗਿਆ ਹੈ, ਇਹਦੇ ਵਿੱਚ ਗੁਰੂ ਪਿਆਰਿਓ ਹੁਣ ਕਿਸਾਨ ਕਿੰਨੇ ਮਹੀਨਿਆਂ ਤੋਂ ਠੰਡ ਦੇ ਦੁੱਖ ਨੂੰ ਝੱਲ ਰਹੇ ਨੇ। ਭਾਵੇਂ ਕਿ ਖਾਣ ਪੀਣ ਦਾ ਕੋਈ ਤੋੜਾ ਨਹੀਂ, ਪਰ ਠੰਡ ਤਾਂ ਉੱਥੇ ਬਰਾਬਰ ਹੈ ਨਾ। ਉਸ ਦੁੱਖ ਨੂੰ ਕਿਉਂ ਝੱਲ ਰਹੇ ਨੇ? ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੁਖੀ ਵਸਣ। ਕੋ ਸਤਨਾਮ ਸੀ, ਮਕਸਦ ਤਾਂ ਇੰਨਾ ਹੀ ਹੈ। ਬਸ ਇਹੋ ਦੇਖ ਕੇ ਕਿ ਆਉਣ ਵਾਲੇ ਸਮੇਂ ਵਿੱਚ ਜੇ ਅਸੀਂ ਅੱਜ ਉਦਮ ਨਾ ਕੀਤਾ ਤੇ ਆਉਣ ਵਾਲਾ ਸਮਾਂ ਸਾਡੇ ਲਈ ਏਦੋਂ ਵੀ ਦੁਖਦਾਈ ਬਣ ਜਾਣਾ। ਇਸੇ ਕਰਕੇ ਤਾਂ ਅੰਦੋਲਨ ਚੱਲ ਰਿਹਾ ਹੈ, ਸਰਕਾਰਾਂ ਨੂੰ ਸਮਝਾਉਣ ਵਾਸਤੇ ਵੀ ਜੋ ਤੁਸੀਂ ਕਰ ਰਹੇ ਹੋ ਇਹ ਗਲਤ ਕਰ ਰਹੇ ਹੋ। ਜੇ ਸਾਰੀਆਂ ਜ਼ਮੀਨਾਂ ਉੱਤੇ ਫੈਕਟਰੀਆਂ ਲੱਗ ਜਾਣ, ਕਾਰਖਾਨੇ ਲੱਗ ਜਾਣ, ਤੇ ਉਹਨਾਂ ਕਾਰਖਾਨਿਆਂ ਵਿੱਚ ਤਿਆਰ ਹੋਣ ਵਾਲਾ ਸਮਾਨ ਆਊਗਾ ਕਿੱਥੋਂ? ਨਿਕਲਣਾ ਧਰਤੀ ਵਿੱਚੋਂ ਹੀ ਹੈ। ਤਾਂ ਕੁਝ ਧਰਤੀ ਬੀਜਣ ਵਾਸਤੇ ਵੀ ਚਾਹੀਦੀ ਆ। ਕੋ ਸਤਨਾਮ ਸੀ। ਇਸ ਕਰਕੇ ਇੱਕ ਉਦਾਹਰਨ ਸਾਡੇ ਸਾਹਮਣੇ ਮੈਂ ਰੱਖੀ ਆਪ ਜੀ ਦੇ ਸਾਹਮਣੇ, ਬਈ ਉਹਨਾਂ ਦਾ ਉਹਨੇ ਮਹੀਨੇ ਵੀ ਸੜਕਾਂ ਤੇ ਬੈਠਣਾ ਹੈ ਤਾਂ ਦੁਖਦਾਈ, ਦੁੱਖ ਤਾਂ ਲੱਗਦਾ ਹੋਵੇਗਾ ਉਹਨਾਂ ਨੂੰ, ਪਰ ਆਉਣ ਵਾਲੇ ਸਮੇਂ ਦਾ ਖਿਆਲ ਕਰਕੇ ਉਸ ਦੁੱਖ ਨੂੰ ਝੱਲ ਰਹੇ ਨੇ। ਇਸੇ ਤਰ੍ਹਾਂ ਹੀ ਇਹ ਮਨੁੱਖ, ਜੇ ਇਹ ਮਨੁੱਖਾ ਜੀਵਨ ਦੇ ਵਿੱਚ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਵੇ ਤਾਂ ਫਿਰ ਟੇਢੀਆਂ ਜੂਨਾਂ ਦੇ ਦੁੱਖਾਂ ਤੋਂ ਬਚ ਸਕਦਾ।
ਉਦਮ ਕਰਿੰਦੇ ਆ ਜੀਓ ਤੂੰ, ਕਮਾਉਂਦੇ ਆ ਸੁਖ ਪੁੰਜ। ਆਪਾਂ ਕਮਾਈ ਕਰਦੇ ਆ, ਨੌਕਰੀ ਕਰਦੇ ਆ, ਦਿਹਾੜੀ ਕਰਦੇ ਆ, ਮਿਹਨਤ ਕਰਦੇ ਆ, ਕਾਹਦੇ ਵਾਸਤੇ? ਕੋਈ ਸੁਖੀ ਵਸਾਂਗੇ, ਭੁੱਖੇ ਨਹੀਂ ਮਰਾਂਗੇ। ਇਸੇ ਤਰ੍ਹਾਂ ਹੀ ਜਿਵੇਂ ਤੂੰ ਭੁੱਖ ਦੇ ਦੁੱਖ ਤੋਂ ਡਰਦਾ ਕਮਾਈ ਕਰਦਾ, 4 ਪੈਸੇ ਇਕੱਤਰ ਕਰਦਾ ਹੈ, ਉਸੇ ਤਰ੍ਹਾਂ ਹੀ ਉਦਮ ਕਰਿੰਦੇ ਆ ਜੀਓ ਤੂੰ, ਅੰਮ੍ਰਿਤ ਵੇਲੇ ਉੱਠ ਕੇ ਨਾਮ ਵੀ ਜਪ ਲਿਆ ਕਰ। ਇਹ ਵੀ ਤੇਰੇ ਜੀਵਨ ਨੂੰ ਸੁਖੀ ਬਣਾਵੇਗਾ। ਇਹਦੀ ਵੀ ਲੋੜ ਹੈ। ਇਹ ਆਤਮਿਕ ਜੀਵਨ ਆਤਮਿਕ ਆਨੰਦ ਦੇਣ ਵਾਲਾ ਹੈ। ਪਾਤਸ਼ਾਹ ਜੀ ਕਹਿੰਦੇ ਉਦਮ ਕਰਿੰਦੇ ਆ ਜੀਓ ਤੂੰ, ਕਮਾਉਂਦੇ ਆ ਸੁਖ ਪੁੰਚ, ਧਿਆਏ ਦਿਆਂ ਤੂੰ ਪ੍ਰਭੂ ਮਿਲ। ਉਦਾਹਰਨ ਦੇਤੀ, ਜਿਵੇਂ ਕਮਾਈ ਕਰਕੇ ਸੁੱਖ ਮਾਣਦੇ ਹੋ, ਸਹੂਲਤਾਂ ਇਕੱਠੀਆਂ ਕਰ ਲੈਂਦੇ ਹੋ ਸਰੀਰ ਕਰਕੇ, ਉਸੇ ਤਰ੍ਹਾਂ ਹੀ ਜੇ ਤੂੰ ਪਰਮੇਸ਼ਰ ਦਾ ਨਾਮ ਜਪੇ, ਕਮਾਵਦੇ ਆ ਸੁਖ ਪੁੰਚ, ਧਿਆਏ ਦਿਆਂ ਤੂੰ ਪ੍ਰਭੂ ਮਿਲ। ਨਾਨਕ ਉਤਰੀ ਚਿੰਤ, ਤੇਰਾ ਜੰਮਣਾ ਮਰਨਾ ਹੀ ਖਤਮ ਹੋ ਜਾਵੇ, ਚਿੰਤਾਵਾਂ ਹੀ ਖਤਮ ਹੋ ਜਾਣ ਜੇ ਤੂੰ ਪਰਮੇਸ਼ਰ ਵਿੱਚ ਮਿਲ ਜਾਵੇਂ। ਤਾਂ ਤੇ ਸੁਖ ਕੋ ਮੰਗੇ ਸਭ ਕੋ, ਦੁੱਖ ਨ ਮੰਗੇ ਕੋਈ। ਸੁਖੈ ਕੋ ਦੁੱਖ ਅਗਲਾ, ਮਨਮੁਖ ਬੂਝ ਨ ਹੋਏ। ਪਰ ਇਹਨਾਂ ਮਨਮੁਖਾਂ ਨੂੰ ਇਹ ਨਹੀਂ ਪਤਾ, ਇਹ ਨਹੀਂ ਸਮਝ ਆਈ ਕਿ ਹਰ ਸੁੱਖ ਦੇ ਮਗਰ ਦੁੱਖ ਹੈ। ਕਈ ਵਾਰੀ ਕਿਸੇ ਦੇ ਘਰ ਬੱਚਾ ਪੈਦਾ ਨਹੀਂ ਹੁੰਦਾ ਤੇ ਉਹ ਮਨੁੱਖ ਬੜੀਆਂ ਕੋਸ਼ਿਸ਼ਾਂ ਕਰਦਾ, ਭੱਜ ਦੌੜ ਕਰਦਾ, ਅਨੇਕਾਂ ਤਰ੍ਹਾਂ ਦੀਆਂ ਡਿਊਟੀਆਂ ਕਰਦਾ, ਥਾਂ ਥਾਂ ਤੇ ਜਾਂਦਾ, ਸਾਡੇ ਪੁੱਤਰ ਹੋ ਜੇ, ਸਾਡੇ ਪੁੱਤਰ ਹੋ ਜੇ। ਹੋ ਸਕਦਾ ਪਰਮੇਸ਼ਰ ਨੇ ਨਹੀਂ ਦਿੱਤਾ ਤੇ ਇਹਦੇ ਵਿੱਚ ਵੀ ਉਹਦਾ ਭਲਾ ਹੋਵੇ, ਪਰ ਜਦੋਂ ਵਾਰ-ਵਾਰ ਭੱਜ ਦੌੜ ਕਰਦਾ, ਅਖੀਰ ਪਰਮੇਸ਼ਰ ਦੇ ਦਿੰਦਾ, ਲੈ ਭਾਈ ਚੱਕ। ਅੱਗੇ ਜਾ ਕੇ ਜੇ ਉਹ ਬੱਚਾ ਗਲਤ ਨਿਕਲ ਜਾਵੇ, ਫਿਰ ਉਹੀ ਮਾਂ ਪਿਓ ਕਹਿੰਦਾ ਇਹਦੂ ਤਾਂ ਨਾ ਹੀ ਜੰਮਦਾ। ਮਤਲਬ ਮਨੁੱਖ ਜਿਹੜਾ ਹੈ ਸੁੱਖਾਂ ਨੂੰ ਪ੍ਰਾਪਤ ਕਰਦਾ ਸੁਖੀ ਹੋਣ ਵਾਸਤੇ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਕਿਹੜੇ ਕਰਮ ਦੇ ਵਿੱਚ ਅਸਲੀ ਸੁੱਖ ਹੈ ਤੇ ਕਿਹੜੇ ਕਰਮ ਦੇ ਵਿੱਚ ਦੁੱਖ ਹੈ। ਬਾਬਾ ਜੀ ਕਹਿੰਦੇ ਸੁਖੈ ਕੋ ਦੁੱਖ ਅਗਲਾ, ਸੁੱਖਾਂ ਨੂੰ ਅਗਲੇ ਪਾਸੇ ਦੁੱਖ ਵੀ ਖੜਾ। ਪ੍ਰੀਤਮ ਦਾ ਬਚਨ ਹੈ, ਜਬ ਕਿਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ लगत है। देखो देखो माटी का पुतला कैसे नचत है। ये मिट्टी का पुतला भाव असी सारे किवें भजे फिरते हैं। जदों कुछ प्राप्त करते हैं तो फुले नहीं समाते, बड़े खुश होंगे हैं, तो जदों प्राप्ति की हुई वस्तु साडे हथों निकल जाती है फिर असी दुखी हाँ, रोंदे नहीं चले जाते। पर धन है ओह जिन्हां ने शब्द नाल जुड़ना कीता, उन्हां नूं पातशाह ने सुखां ते दुखां विच बराबर कर दिता। उन्हां नूं ताकत दित्ती, शक्ति दित्ती सुखां नूं भोगण दी ते दुखां नूं झल्लण दी। क्योंकि सुख नूं पा के बंदा हंकारी हो जाता। जिस तरह अज देश दे विच जिन्हां कोले संसार भर दा पैसा इकट्ठा हो गया, वो हजे भी दुखी आ कि रहिंदा भी साडे कोले आ गई, पर भुखियां भुख ना उतरी जे बन्ना पुरियां भार। जे किसी मनुख नूं चारा पुरियां दा समान भी एक बंदे नूं दे दईए तां भी कहेगा थोड़ा। प्रीतम जी कहने भलिओ सुख को मांगे सब को, दुख न मांगे कोई। सुख है को दुख अगला, मनमुख बूझ न होए। मनमुख करके मन नूं अगे रख के चलण वाले नूं समझ नहीं आउंदी कि सुख तो बाद दुख भी है। जिमें किसी महापुरुष कोल एक मनुख चलिया गया, कहना महाराज बड़ी गरीबी है, कृपा करो कोई 4 पैसे कोई माया आ जाए। वो साधु नूं दया आई, महापुरुषां नूं दया आई, कह लगे भी इदां करी एक जुगती दसदा भी आ तैनूं 4 मोमबत्तियां दिना और इन्हां नूं लै जा ते एक नूं जगा के चढ़दे वल चल पई। जिथे जाके मोमबत्ती खत्म हो गई, बुझ गई, उथों थां पट्टी, तैनूं उथों चांदी के रुपये धन आदि मिल जाएगा। वो पट के लै गई सारा घरे आंदे।
बहुत होवेगा, जे थोड़ा होया तो दूजी मोमबत्ती जगा के तू छिप दे वल चलिया जाई, उथों तैनू सोने का खजाना मिल जाएगा, बथेरा होना। जे भाई ना मन भरिया तो तीजी जगा के तू उत्तर वल चलिया जाई, जिथे खत्म हो जाए उथों पट लई, और जो खजाना हीरे जवाहरात मिलन वो तू घरे लै जाई, और चौथी मोमबत्ती ना जगाई। महापुरुष कह लगे चौथी ना जगाई, इन्ना ही बहुत है। वो बड़ा खुश होया, मोमबत्तियां घरे लै गया, जगा के चलिया चढ़दे वाल, जिथे खत्म हुई थां पट्टिया, चांदी के रुपये निकल आए तो उत्थे निशानी ला आया भी घरे फिर लै जाएंगे, हुण तां अपने ही पट लांगे जदों लोड़ पई। उस तो बाद दूजी जगा के छिपने वल गया, जिथे वो खत्म हुई उथों थां पट्टिया, सोने का खजाना निकल आया, उत्थे भी अपनी निशानी कर आया भी यह खजाना अपना ही है, जो मर्जी लै जाइए। इवें जिवें उत्तर वल गया, तीजे पासे गया, तो जिथे जाके वो मोमबत्ती खत्म हुई तो थां पट्टिया आने जल, तो उथों गुरु प्यारिओ उसनूं हीरे जवाहरात मोतियां का खजाना मिलिया, घरे आ गए। हुण ब्योंत बनाउण लगिया घरे लिआउण दी, पर दिमाग दे विच एक होर ख्याल आई जांदा भी साहब ने दूजी चौथी मोमबत्ती क्यों जगाउण तो रोकता। हो सकता है इधर कोई एडों भी तकड़ी चीज़ होवे, क्योंकि बंदे का लालच नहीं भरदा, जिवें अज दीयां सरकारां संसार नूं फेल करन ते तुलियां होईयां, उस तरह ही गुरु प्यारिओ बंदे दे अंदरों लालच जिहड़ा है वो भरदा नहीं, मुकदा नहीं। तो इसलिए वो खजाने का ना कढ़े, निशानियां लातियां ते फिर चल पिया चौथे पासे। कहने बाबे ने जान के रोकता आपां नूं, इधर कोई होर महंगी चीज़ होनी। जिथे वो मोमबत्ती खत्म हुई, कहते उत्थों थां पट्टिया, एक कंध जी निकले आई, कंध नूं खाली किया, साफ किया थां, कंध विचों गेट निकल आया, गेट खोलिया तो विच वड़ गए, विच हनेरा है, अंदर गया, अंदर जाके इसनूं एक मनुख खड़ा दिखाई दिता। उन्होंने कह लग्या भाई साहब इत्थे कोई खजाना, कहने यार है तो सही, कहना किहड़े पासे आ, कहना हुण मैं तैनूं किवें दस्सां, मैं तो हल नहीं सकदा, मेरे आ सिर दे उत्ते जिहड़ा चक्की का पुड़ पाया हुआ विचाले मोरा हुंदा है ना, उत्तों सिर विचों पा के मोढियां ते रखिया होया चक्की का पुड़, ते दोने हत्थां दे नाल भार दे थल्ला दबिया होया वो बंदा। कह लग्या हुण मैं किवें दस्सां तैनूं, कह लग्या क्यों, कहना यार मेरे सिर तो भार लवा, पहला तैनूं दस दिना, पहला 2 हथ सी नहीं चक्या गया, हुण 4 हथ पै गए ते पुड़ चक्या, पुड़ चक्या ते कढ़ के बोझ के उहदे सिर ते रख के हथ छड्डते उस बंदे ने, ते पासे हो गया। कहना भाई साहब खजाना, कहने बस इत्थे यही खजाना, हुण तू इत्थे खड़ा रह, कोई तेथों वड्डा लालची आवेगा उही तैनूं कढेगा। कि वह बंदा बाहर निकल के भज गया। तो मनुख के अंदर ये लालच का जिहड़ा भूत सवार हो जाता है, पातशाह जी कहते सुख है को दुख अगला, चंगा भला सी बाहर आज़ादी च तां फिरदा सीगा, पर अज ओह चक्की दे पुड़ थल्ले आ गया, हुण उत्थों हल भी नहीं सकदा। इसे तरह पातशाह जी कहते ये मनुख जिहड़ा है सुखां नूं मंगदा, पर उस तो बाद दुख आउंदा है। मंगदा दुख कोई मंगदा नहीं, पर दुख आउंदा ही आपे ही आउंदा। सुख को मांगे सब को, दुख न मांगे कोई। सुख है को दुख अगला, मनमुख बूझ न होए, सुख दुख सम कर जानिए, शब्द भेद सुख होए। असली सुख है आत्मक सुख, वो मिलता है शब्द नाल जुड़ के, बाणी नाल जुड़ के। शब्द भेद, भेदना की हुंदा, बिनना मतलब शब्द नूं समझ, गुरबाणी नूं समझ लै, गुरबाणी नाल जुड़ जा, ये तैनूं असली सुख दे बारे जानकारी दे सकदी आ। वेद पुकारै वाचीऐ, बाणी ब्रह्म व्यास। आओ ये जो धार्मिक ग्रंथ हैं, जो बाणी है परमेश्वर की, ब्रह्मा की, जो व्यास भाव आदि ज्ञानियां ने, रब दे प्यारियां ने रचनी की,
ये सारी बाणी की कहती है, मुण जन सेवक साधका नाम रते गुण तास। जिन्हां जिन्हां ने मातलोक विच आके ऋषियां मुनियां ने सेवकां ने साधुआं ने नाम जपिया, किहदा? गुण तास, गुणा दे खजाने परमेश्वर का नाम जपिया जिन्हां ने। वेद पुराण पुकारन सिमरत वेद पुराण, सिमरत वेद पुराण पुकारन पोथियां। नाम बिना सब कूड़ गाली होछियां। नाम तो बगैर सारियां गल्लां होछियां हंकार वालियां। इस करके वेद पुकारै वाची है। आ वेद भी आही कुछ कहते हैं, पढ़ के देख लो। बाणी ब्रह्म व्यास, जिहड़े ब्रह्मा ने 4 वेद रचे, उन्हां वेदां दी अगे व्यास वर्गे ऋषियां मुनियां ने ज्ञानियां ने कथा कीती। ये सारे एको गल कहते हैं कि मुण जन सेवक साधका। जिन्हां ऋषियां मुनियां ने जन भाव मनुखा ने, सेवका ने, साधका साधना करन वालियां ने नाम रते गुणतास। परमेश्वर दे नाम दे रंग विच अपने आप नूं रंगना कीता। गुणतास, गुणा दा खजाना परमेश्वर। परमेश्वर दे कई नाम है, हरेक नाम दे विच उस परमेश्वर का लक्षण है। निरभौ है, डरदा नहीं, निर्वैर है, डराउंदा नहीं, सतनाम मरदा नहीं, सत है। इस तरह गुणतास का मतलब है गुणा का खजाना। वो गुणा के खजाने नूं जिन्हां ने जपना कीता, सच रते से जिन गए, वो नाम दे रंग विच रंगे गए ते मनुखा जीवन की बाजी नूं जित के गए। और औरंगजेब भी बड़ा उस वेले गुरु प्यारो तवस्वी हो गया सी कि मैं सारियां नूं जिहड़ा है मुसलमान ही बना देना। पर गुरु तेग बहादुर जी कहते नहीं, ये दुनिया रंग बिरंगी चंगी लगती है। तो जे अज दे गुरु प्यारो सरकारां हन, जे अज दे राजे हैं उस टाइप के, जिन्होंने असीं अज मंत्री संतरी कहने आ, वो भी इसे गल ते तुले हुए आ कि सारी दुनिया साडे ही रंग विच रंगी जावे, इत्थे कोई होर होवे ही ना। पर उसे पंजाब दे विचों जिथों गुरु तेग बहादुर जी चले सी, उसे दे विचों ही उस गुरु तेग बहादुर के पैरोकार गुरु गोबिंद सिंह जी के पुत्र उन्होंने ये समझाउण गए कि तू गलत चल रहा है, तू सतनाम सी। यदा यदा धर्म गलानी, कृष्ण भी अपनी गीता च कहते हैं, जदों जदों धर्म दे विच गलियानी आउंदी है, उदों कोई ना कोई घटना घटदी है, मैनूं आउणा पैंदा। 10वें पातशाह जी भी कहते हैं, जदों कोई हत्थ नाल समझाया ना मन्ने, मूँह नाल समझाया ना मन्ने, फिर शास्त्र चकना पैंदा। चुकार अजा हम हील ते दर्द जस्त, हलाल अस्त बुरदन बा शमशीर दस्त। जदों को मूँह नाल समझाया ना मन्ने, प्यार नाल समझाया ना मन्ने, जिवें पिछले कई महीनों तो पंजाब के लोग, पंजाब के सिख गुरु प्यारे किसान लोग जिहड़े हन अंदोलन कर रहे हैं केवल उन्होंने समझाउण वास्ते प्यार नाल, पर नहीं समझदा। तो फिर पातशाह जी कहते जदों कोई हथ बन्निया ना समझे, मूँह नाल समझाया ना समझे, तो फिर चौकार अजा हम हीलते दर्ग जस्त, हलाल अस्त मुरदन बा शमशीर दस्त। फिर तलवार नूं शास्त्र नूं हथ पै जांदा। तो मेरे प्रीतम जी अगे कहते भलिओ, जिन्हां ने सच नाल जुड़ना कीता, इन्हां नूं वेदां नूं पढ़ लो, ग्रंथां नूं पढ़ लो, अगे उन्हां दे पुराण बनाए, उन्हां नूं पढ़ के देख लो, उन्हां ने अपना जीवन सफला कर लिया। वो जिंदगी की बाजी जित के गए, तो औरंगजेब वर्गे तवस्वी हार के गए दुनिया चों। जिन्हां ने सोचिया कि शायद साडी मर्जी चलेगी, हरनाक्ष होया, उन्हें भी यही ख्याल किया कि सारी दुनिया ते मैं राज करांगा, ना मैं मरां ते ना मैनूं कोई मार सके। प्रीतम जी कहते मुणजन सेवक साधका नाम रते गुणतास, साच रते से जिन गए और सद बलिहारे दास। बाबा नानक कहता मैं भी उन्हां तो हमेशा बलिहारे जाना। हुण उन्हां दी गल करदे न जिहड़े नहीं जपदे, चौं जुग मैले मल परे जिन मुख नाम न होए। ओ चौं जुग हर वेले
हर पक्ष तो गंदे है, मैले है। जिन्हां दे हिरदे विच नाम की वस्तु नहीं है, इत्थे मैल तो भाव कपड़ियां की मैल नहीं, इत्थे बुद्धि की मैल है, सोच की मैल है, माड़ी मत की मैल है, वो मैले हैं। चौं जुग मैले मल भरे, जिनमुख नाम न होए, भगती भाए बिहोनिया, मोह काला पत खोए। मात लोक में संसार में सुख नहीं दिता, जिहड़े राजे बनाए जाते हैं उन्हां दी ड्यूटी लाई हुंदी है परमेश्वर वालों कि जनता नूं सुख दे। पर जदों अपनी मनमर्जी करते हैं, भगती भाए बिहोनिया, परमेश्वर के हुक्म मुताबक नहीं चलते, खाली हुंदे ने, फिर उन्हां दी इज्जत ना इत्थे हुंदी है ना उत्थे हुंदी है। मूँह काला, उन्हां दा मूँह काला हुंदा, लोक विच भी ते परलोक विच भी। मोह काला पत खोए, उन्हां नूं इत्थे भी इज्जत नहीं मिलती ते दरगाह विच भी नहीं मिलती, अगे भी नहीं मिलती। मोह काला पत खोए, जिन्नी नाम विसारिया अवगुण मुट्ठी रोए। वो अपनियां गलतियां करके ठगे जाते हैं ते फिर रोंदे आ बैठ के। ਇਹੋ ਜਿਹੇ लोग जिन्हां ने परमेश्वर के हुक्म नूं समझिया नहीं। नाम का मतलब हुक्म परमेश्वर का। जिन्हां ने हुक्म नूं समझिया, हुक्म की है? हुक्म रजाई चलना, नानक लिखिया नाल। अंदरी जमीर की आवाज़ नूं सुनो, जो तुहाडे अंदरों परमेश्वर की आवाज़ आउंदी है उहनूं सुनो। जिन्हां ने नहीं सुनिया वो ठगे जाते हैं। अवगुण मुट्ठी, अवगुणा दे नाल, अपनियां गलतियां नाल अवगुण मुट्ठी रोए, फिर रोंदे है। ते जिन्हां ने गुरु का रस्ता समझ लिया, खोजत खोजत पाया, डर कर मिले मिलाए। जिहड़े डर गए, जिन्हां ने आउण वाले समय तो गुरमत अनुसार चलना कीता, जिहड़े दुखों तो डर गए, उन्हां ने परमेश्वर की प्राप्ति करने लई खोजना शुरू किया। ते किवें खोजिया? खोजत खोजत पाया, डर कर मिले मिलाए। वो डरते हुए गुरु वाल भज पे, गुरु की शरणी पै गए। गुरु ने उन्होंने मिलाना शुरू किया। फिर किया कि आप पछाणे घर वसै, अपने अंदर जुड़ना किया, निज स्वरूप नाल जुड़ना किया, अपने आप को पछाणना किया कि मैं कौन हाँ, मेरा काम की है, मैं लैन की आया। जे कोई सत्कारयोग मनुख गुरु प्यारो संसार दे विच कोई गलत काम करता फड़िया जाए कि वह सारा सत्कार खत्म हो जाता। जिन्हों दुनिया सत्कार दिंदी है, जे वो गलत काम करता फड़िया जाए, मान लो जिस तरह मान लो असी गुरसिख हाँ, तो जे किसी गुरसिख नूं असी ठेके दे खड़ा वेख लईए तो साडे मन विच ओहदा सत्कार खत्म ते नफरत पैदा हो जाती है। कोई सतनाम सी। इस तरह ही पातशाह जी कहते, जिन्हां ने अपने आप को पछाणिया कि मैं मनुख हाँ, इंसान हाँ, इंसानियत मैनू वरतनी चाहिए है। जिन्हां ने इस गल नूं समझिया, आप पछाणे घर वसै, उन्होंने सच ते चलना किया, वो अपने घर वस गए। हाँ मैं कृष्णा जाए, उन्होंने आशा कृष्णा माया की भज दौड़ भी खत्म हो गई, उन्हों का कुर्सियां का हंकार भी खत्म हो गया। वो नॉर्मल हो गए, निर्मल हो गए, पवित्र हो गए, ते संसार के भले वास्ते चल पे। को सतनाम सी। आप पछाणे घर वसै, हम मैं कृष्णा जाए, नानक निर्मल उजले, जो राते हर नाए। वो निर्मल हो गए, उजले हो गए, उन्हों का लोक सुखिया ते परलोक भी सुहेला हो गया। उन्होंने इत्थे भी वडियाई मिलती है, दरगाह विच भी वडियाई मिलती है। जो राते हर नाए, जिहड़े हरि के नाम दे विच रंगे गए। इसी पवित्र शब्द की विचार, जो हरि के रंग विच रंगे गए, हरि के नाम नाल जुड़ गए, उन्होंने इत्थे ते उत्थे दोही जहानी सत्कार मिलता है। रे रे दरगह कहे न कहो, आओ बैठ आदर सुभ देऊ। ते दूसरे जिन्होंने दुनिया में आके अपने करतब नूं, अपने मकसद नूं समझिया नहीं, वो इत्थे भी दुखी ते उत्थे भी दुखी हुंदे आ। इस करके आओ गुरु कोले बणीए, गुरु नूं मिलीए, गुरु वाले बणीए, गुर ते निर्मल जाणीए। गुरु दे कोलों सचता ते सुचता नूं जानना करिए, निर्मलता नूं जानना करिए।
निर्मल देह शरीर कि साडे शरीर के अंदर निर्मलता किस चीज़ के नाल आ सकती है। असीं नहा के सेंट छिड़क के निर्मल हुन्ने आ, पर अंदरों विचारां नूं बदलदे नहीं। जिन्ना चिर विचार नहीं बदलते उन्ना चिर बाहरले नहाउण धोण का भी कोई खास फायदा नहीं होना। कोई सतनाम सी ते विचारां नूं गुरु बदलदा है। गुरु दसदा है कि तैनूं की करना चाहिए। गुरु वाले बणीए, गुरु दे लड़ लगिए। जदों गुरु दसदा निर्मल साचो मन वसै सो जाने अब पीर, फिर साडे हिरदे विच हरि दा वासा हुंदा है। साडे हिरदे दे दुखां दा वो खात्मा करदा है, पीड़ा का खात्मा करदा है। सहजै ते सुख अगलो, सहज अवस्था की बख्शिश करदा है। फिर अगलो बहुत आत्मक सुख प्राप्त हुंदा है। ना लागे जम तीर, फिर जमा के दुख नहीं प्राप्त हुंदे। भाई वे मैल नाही निर्मल जल नहाए। आओ इन्हां मैलों नूं खत्म करने लई आत्मक आनंद विच डुੱਬੀਏ। निर्मल साचा एक तो होर मैल भरी सब जाए। तो वह है केवल ते केवल परमेश्वर का नाम। इसी अज के शब्द के विचार, अगले शब्द के विचार अगले दीवानों में सरवण करांगे। बोलदे अनेकां अखर बाध घट हो जाते। सिख संगतां दी सतगुरु बख्शण योग है, बख्श समाप्ति करिए। मिलाओ फतेह पाओ फतेह। वाहिगुरू जी का खालसा, वाहिगुरू जी की फतेह।